ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਸੁਰਤ ਕਰਕੇ ਧਿਆਨ ਕਰਕੇ ਜੁੜੀ ਹੋਈ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜਨ, ਆਪਾਂ ਰੋਜ਼ ਇੱਕ ਸ਼ਬਦ ਦੇ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਅਸੀਂ ਆਪਣਾ ਨਿਤਨੇਮ ਬਣਾਈਏ, ਇੱਕ ਬਾਣੀ ਦਾ ਸ਼ਬਦ ਰੋਜ਼ ਵਿਚਾਰੀਏ ਤਾਂ ਕਿ ਸਾਨੂੰ ਸਾਡੇ ਮਨ ਨੂੰ ਕੋਈ ਚੰਗੀ ਸੇਧ ਮਿਲ ਸਕੇ। ਸੋ ਆਓ ਇਸ ਲੜੀ ਵਿੱਚ ਆਪਾਂ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ, ਭਗਤ ਕਬੀਰ ਜੀ ਦਾ ਇੱਕ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 1251 ਤੇ ਸੁਭਾਇਮਾਨ ਹੈ, ਉਸ ਦੇ ਵਿਚਾਰ ਨਾਲ ਜੁੜਦੇ ਹਾਂ। ਰਾਗ ਸਾਰੰਗ ਬਾਣੀ ਭਗਤਾਂ ਕੀ, ਤੇ ਹੈਡਿੰਗ ਹੈ ਸ਼ਬਦ ਦਾ ਕਬੀਰ ਜੀ, ਯਾਨੀ ਭਗਤਾਂ ਦੀ ਬਾਣੀ ਇੱਥੋਂ ਸ਼ੁਰੂ ਹੁੰਦੀ ਹੈ ਤੇ ਇਹਦੇ ਵਿੱਚ ਪਹਿਲਾ ਜੋ ਸ਼ਬਦ ਆ ਰਿਹਾ ਹੈ ਉਹ ਕਬੀਰ ਜੀ ਦਾ ਆ ਰਿਹਾ ਹੈ। ਸੋ ਹੁਣ ਗੁਰੂ ਜੀ ਆਪਣਾ ਜੋ ਮੂਲ ਮੰਤਰ ਦਾ ਸੂਖਮ ਰੂਪ ਹੈ ਇਹ ਬਖਸ਼ਿਸ਼ ਕਰਦੇ ਆ ਸਾਡੇ ਉੱਤੇ। ਏਕ ਓੰਕਾਰ ਸਤਿਗੁਰ ਪ੍ਰਸਾਦ, ਪਰਮ ਪਿਤਾ ਪਰਮਾਤਮਾ ਵਾਹਿਦ ਇੱਕ ਹੈ, ਨਿਰਗੁਣ ਸਰੂਪ ਵਿੱਚ ਵੀ ਸਰਗੁਣ ਸਰੂਪ ਵਿੱਚ ਵੀ। ਇੱਕ ਤੋਂ ਸਾਰਾ ਆਕਾਰ ਬਣ ਰਿਹਾ ਹੈ। ਲਗਾਤਾਰ ਇਹ ਪ੍ਰਕਿਰਿਆ ਇਹ ਸੰਵਿਧਾਨ ਵਿੱਚ ਗੁਰੂ ਦੇ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਹੀ ਹੈ। ਇਸ ਗੱਲ ਨੂੰ ਸਮਝਣ ਵਾਸਤੇ ਸਾਨੂੰ ਪੂਰੇ ਗੁਰੂ ਦੀ ਕਿਰਪਾ ਲੈਣੀ ਪਏਗੀ। ਸ਼ਬਦ ਗੁਰੂ ਨਾਲ ਜੁੜਾਂਗੇ, ਸਾਨੂੰ ਇੱਕ ਓੰਕਾਰ ਦੀ ਸਮਝ ਵਿੱਚ ਪੈ ਜਾਏਗੀ, ਗੁਰੂ ਦੀ ਕਿਰਪਾ ਨਾਲ ਸਮਝ ਵਿੱਚ ਪਏਗੀ। ਹੁਣ ਕਬੀਰ ਸਾਹਿਬ ਜੀ ਸਾਨੂੰ ਜੋ ਸਮਝਾਉਂਦੇ ਹੈ ਕਿ ਬੰਦਿਆ, ਤੂੰ ਇਸ ਛੋਟੇ ਜਿਹੇ ਜੀਵਨ ਵਾਸਤੇ ਇਸ ਮਾਇਆ ਦੇ ਪਿਆਰ ਵਿੱਚ ਰੁੱਝਿਆ ਹੋਣ ਕਰਕੇ ਆਪਣੇ ਜੀਵਨ ਨੂੰ ਬਹੁਤ ਲੰਬਾ ਸਮਝੀ ਬੈਠਾ ਹੈ। ਇਹ ਹੈ ਕਿੰਨਾ ਕੁ? ਜੇ ਅਸੀਂ ਕਿਸੇ ਚੀਜ਼ ਦੀ ਕੋਈ ਸੀਮਾ ਰੱਖਦੀ, ਉਹ ਸੀਮਾ ਬੜੀ ਛੇਤੀ ਖਤਮ ਹੋ ਜਾਂਦੀ ਹੈ, ਉਹ ਮੁੱਕ ਜਾਂਦਾ ਟਾਈਮ। ਸਾਡੇ ਕੋਲ ਬਹੁਤ ਥੋੜ੍ਹਾ ਸਮਾਂ ਇਹ ਮਿਲਦਾ ਹੈ ਸਾਨੂੰ ਇਸ ਸੰਸਾਰ 'ਤੇ ਰਹਿਣ ਦਾ, ਅਤੇ ਇਹਦੇ ਵਿੱਚ ਅਸੀਂ ਮਾਇਆ ਦੇ ਪਿਆਰ ਵਿੱਚ ਬੜੇ ਬੜੇ ਹੰਕਾਰ, ਬੜੀਆਂ ਮੈਂ ਮੇਰੀਆਂ, ਬੜੀ ਸਾਡੇ ਅੰਦਰ ਮੋਹ ਮਮਤਾ, ਪਤਾ ਨਹੀਂ ਕਿੰਨੇ ਕੁ ਬਕਾਰ ਪਏ ਰਹਿੰਦੇ ਆ। ਕਿਉਂ ਨਹੀਂ ਅਸੀਂ ਆਪਣਾ ਚੰਗਾ ਜੀਵਨ ਸੱਚਾ ਸੁੱਚਾ ਜੀਵਨ ਲੰਘਾਉਂਦੇ? ਸੋ ਇਸ ਗੱਲ ਨੂੰ ਕਬੀਰ ਸਾਹਿਬ ਜੀ ਸਮਝਾਉਂਦੇ ਆਪਾਂ ਨੂੰ ਕਿ ਤੂੰ ਕਿਉਂ ਹੰਕਾਰੀ ਪਿਆ ਹੋਇਆ ਹੈ ਅਤੇ ਇਸ ਥੋੜ੍ਹ ਚਿਰੀ ਜ਼ਿੰਦਗੀ ਦਾ ਤੂੰ ਕਿਉਂ ਮਾਣ ਕਰ ਰਿਹਾ ਹੈ। ਕਹਾਂ ਨਰ ਗਰਵਸ ਥੋੜੀ ਬਾਤ, ਜਿਹੜੀ ਥੋੜ੍ਹੀ ਜਿਹੀ ਗੱਲ ਪਿੱਛੇ ਬੰਦਿਆ ਤੂੰ ਕਿਉਂ ਮਾਣ ਕਰਦਾ ਫਿਰਦਾ ਹੈ, ਯਾਨੀ ਥੋੜ੍ਹੇ ਜਿਹੀ ਚੰਦ ਰੋਜ਼ਾ ਜ਼ਿੰਦਗੀ ਵਾਸਤੇ ਤੂੰ ਹੰਕਾਰੀ ਹੋਇਆ ਫਿਰਦਾ ਹੈ। ਮਨ ਦਸ ਨਾਜ ਟਕਾ ਚਾਰ ਗਾਂਠੀ, ਐਂਡੋ ਟੇਡੋ ਜਾਤ ਰਹਾਓ। ਹੈ ਬੰਦਿਆ, 10 ਮਣ ਤੇਰੇ ਕੋਲ ਅਨਾਜ ਹੋ ਗਿਆ ਇਕੱਠਾ, ਯਾਨੀ 4 ਮਣ ਅਨਾਜ ਤੇਰੇ ਕੋਲ ਇਕੱਠਾ ਹੋ ਗਿਆ, ਆਪਾਂ ਕਹਿ ਦਿੰਦੇ ਹਾਂ, ਆਪਣੀ ਕਹਾਵਤ ਹੈ। ਅਤੇ 4 ਪੈਸੇ ਤੇਰੇ ਕੋਲ ਗੰਠੜੀ ਵਿੱਚ ਵੱਜ ਗਏ, ਤੇਰੇ ਪੱਲੇ ਹੈਗੇ ਹੈ, ਅਤੇ ਤੂੰ ਹੁਣ ਟੇਢਾ ਬਿੰਗਾ ਤੁਰਦਾ, ਯਾਨੀ ਆਕੜ ਕੇ ਤੁਰਦਾ। ਐਡੋ ਟੇਢੋ ਜਾਤ, ਤੂੰ ਹੁਣ ਆਕੜ ਕੇ ਤੁਰਦਾ, ਤੇਰੇ ਅੰਦਰੋਂ ਨਰਮਾਇਤਾ ਨਿਮਰਤਾ ਖਤਮ ਹੋ ਗਈ ਹੈ, ਕਠੋਰ ਦਿਲ ਬਣਿਆ ਬੈਠਾ ਹੈ। ਸੋ ਇਹ ਤੂੰ ਕਾਹਦਾ ਹੰਕਾਰ ਕਰ ਰਿਹਾ ਹੈ? ਥੋੜ੍ਹੀ ਜਿਹੀ ਤੇਰੀ ਜ਼ਿੰਦਗੀ ਹੈ, 4 ਪੈਸੇ ਤੇਰੇ ਕੋਲ ਹੋ ਗਏ, 10 ਮਣ ਕੋਈ ਅਨਾਜ ਤੇਰੇ ਚੰਗਾ ਹੋ ਗਿਆ, ਅਤੇ ਤੂੰ ਹੁਣ ਆਕੜ ਕੇ ਤੁਰਦਾ। ਇਹ ਕਾਹਦੀ ਗੱਲ ਹੈ? ਇਹ ਰਹਾਉ ਦੀ ਭਗਤੀ ਹੈ, ਮੇਨ ਥੀਮ ਹੈ ਇਸ ਸ਼ਬਦ ਦਾ। ਬਹੁਤ ਪ੍ਰਤਾਪ ਗਾਉ ਸੋ ਪਾਏ, 2 ਲੱਖ ਟਕਾ ਬਰਾਤ। ਬਰਾਤ ਕਹਿੰਦੇ ਹੈ ਜਗੀਰ ਨੂੰ। 2 ਲੱਖ ਟਕਿਆਂ ਦੀ ਤੈਨੂੰ ਕੋਈ ਮੰਨ ਲਿਆ ਜਗੀਰ ਮਿਲ ਗਈ ਹੈ, ਜਾਂ ਕੋਈ 4 ਪਿੰਡ ਤੂੰ ਕੋਈ ਨਾ ਕੋਈ ਸਰਕਾਰੀ ਮਾਰ ਕੇ ਹੱਥ ਪੈਰ ਆਪਣੇ ਕਬਜ਼ੇ ਵਿੱਚ ਕਰ ਲਿਆ,
ਅੱਜ ਕੱਲ੍ਹ ਪੈਸੇ ਦੀ ਖੇਡ ਹੈ, ਬਿਜ਼ਨਸਾਂ ਦੀ ਖੇਡ ਹੈ। ਉਦੋਂ ਇਹ ਸੀ ਕਿ ਅਹਿਲਕਾਰ ਬਣ ਜਾਂਦੇ ਸੀ, ਕਿਸੇ ਰਾਜੇ ਨਾਲ ਰਿਸ਼ਤੇਦਾਰੀ ਪਾ ਲਈ, ਕਿਸੇ ਨੇ ਕਿਵੇਂ ਕਰਕੇ 10 ਪਿੰਡਾਂ ਦਾ ਉਹਦੇ ਤੋਂ ਲੈ ਲਿਆ, ਕਿਤੇ ਫੌਜ ਵਿੱਚ ਲੜਦਾ, ਚੰਗਾ ਕੰਮ ਕਰਿਆ ਤਾਂ ਰਾਜੇ ਨੇ ਕਹਿਤਾ 10 ਪਿੰਡ ਤੈਨੂੰ ਦਿੱਤੇ, ਚੌਧਰ ਦੇਤੀ ਜਣੀ। ਇਹ ਬਹੁਤ ਚੌਧਰ ਜੇ ਤੂੰ ਕਰ ਵੀ ਲਵੇਂ 100-200 ਪਿੰਡ ਵੀ ਤੇਰੇ ਅਧੀਨ ਹੋ ਜਾਏ ਤੇ ਲੱਖਾਂ ਟਕਿਆਂ ਦਾ ਤੈਨੂੰ ਜਗੀਰ ਵੀ ਮਿਲ ਜਾਏ। ਦਿਵਸ ਚਾਰ ਕੀ ਕਰੋ ਸਾਹਿਬੀ, ਜੈਸੇ ਵਨ ਹਰ ਪਾਤ। ਤੇ 4 ਦਿਨਾਂ ਦੀ ਤੈਨੂੰ ਇਹ ਜਿਵੇਂ ਅਹਿਲਕਾਰੀ ਜਾਂ ਤੈਨੂੰ ਰੁਜ਼ਗਾਰ ਮਿਲ ਜਾਂਦਾ ਜਾਂ ਚੌਧਰ ਮਿਲ ਜਾਂਦੀ ਹੈ, ਤੇ ਫਿਰ ਤੂੰ ਇਸ ਤਰ੍ਹਾਂ ਇਹ ਤਾਂ ਕਬੀਰ ਸਾਹਿਬ ਜੀ ਕਹਿੰਦੇ ਐਵੇਂ ਹੈ ਜਿਵੇਂ ਦਰੱਖਤਾਂ ਦੇ ਪੱਤੇ ਜਿਹੜੇ ਸੁੱਕ ਜਾਂਦੇ ਆ, ਡਿੱਗ ਜਾਂਦੇ ਆ ਵਿਚਾਰੇ, ਥੋੜ੍ਹੇ ਚਿਰ ਦਾ ਹੀ ਉਹਨਾਂ ਦਾ ਮਾਜਨਾ ਹੁੰਦਾ ਹੈ, ਅਤੇ ਉਹ ਜੰਗਲ ਦੇ ਪੱਤੇ ਜਿਵੇਂ 4 ਦਿਨ ਹੀ ਹਰੇ ਰਹਿੰਦੇ ਆ ਅਤੇ ਫਿਰ ਸੁੱਕ ਜਾਂਦੇ ਆ। ਇਹ ਤੇਰੀ ਜਗੀਰਦਾਰੀ, ਇਹ ਤੇਰੀਆਂ ਚੌਧਰਾਂ, ਇਹ ਤੇਰਾ ਕੰਮ 4 ਦਿਨਾਂ ਦਾ। ਦੇਖੋ ਕਿੰਨੀਆਂ ਪਿਆਰੀਆਂ ਗੱਲਾਂ ਕਬੀਰ ਜੀ ਸਾਨੂੰ ਸਮਝਾਉਂਦੇ ਹੈ। ਜੇ ਸਾਡੇ ਖਿਆਲ ਵਿੱਚ ਇਹ ਗੱਲਾਂ ਬੈਠ ਜਾਣ, ਅਸੀਂ ਗੁਰਬਾਣੀ ਨੂੰ ਆਪਣੇ ਵਾਸਤੇ ਆਪ ਪੜ੍ਹ ਲਈਏ। ਹੁਣ ਕਰਨਾ ਕੀ ਹੈ? ਮਨ ਸਮਝਾਵਣ ਕਾਰਣੈ ਕਛੁਕ ਪੜ੍ਹੀਏ ਗਿਆਨ। ਗੁਰੂ ਜੀ ਕਹਿੰਦੇ ਇਹ ਮਨ ਨੂੰ ਸਮਝਾਉਣ ਵਾਸਤੇ ਗਿਆਨ ਪੜ੍ਹੀਏ, ਗਿਆਨ ਲਈਏ। ਅਸੀਂ ਹੁਣ ਗੁਰਬਾਣੀ ਦਾ ਗਿਆਨ ਆਪਣੇ ਅੰਦਰ ਵਸਾਵਾਂਗੇ ਅਤੇ ਸਾਡਾ ਮਨ ਬਦਲ ਜੂਗਾ, ਮਨ ਨੂੰ ਸਮਝ ਪੈ ਜੂਗੀ ਇਹ ਚੌਧਰਾਂ, ਇਹ ਸਰਮਾਏਦਾਰੀਆਂ, ਇਹ ਜੀਵਨ ਥੋੜ੍ਹ ਚਿਰ ਹੈ, ਇਹ ਸਾਰਾ ਟੈਂਪਰੇਰੀ ਹੈ, ਜਾਨੀ ਨਾਸ਼ਵਾਨ ਹੈ। ਝੂਠਾ ਕਹਿ ਲਈਏ ਇਹਨੂੰ, ਕੂੜ ਹੈ, ਪਰ ਪਰਮਾਤਮਾ ਦੀ ਹੋਂਦ ਹੈ ਜਿਹੜੀ ਉਹ ਸਦੀਵੀ ਹੈ। ਸਦੀਵੀ ਚੀਜ਼ ਨੂੰ ਅਸੀਂ ਛੱਡ ਕੇ ਟੈਂਪਰੇਰੀ ਚੀਜ਼ਾਂ ਨਾਲ ਜੁੜਦੇ ਹਾਂ। ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ, ਇਹਦੇ ਵਿੱਚ ਸਾਡੀਆਂ ਚੌਧਰਾਂ, ਇਹਦੇ ਵਿੱਚ ਸਾਡੀਆਂ ਲੀਡਰੀਆਂ, ਇਹਦੇ ਵਿੱਚ ਸਾਡਾ ਸਭ ਕੁਝ ਹੀ ਆ ਜਾਂਦਾ ਹੈ। ਸਾਡੇ ਕੋਲ 4 ਮਣ ਅਨਾਜ ਆ ਗਿਆ ਅਤੇ ਅਸੀਂ ਚਾਂਬਲ ਗਏ, ਆਫਰ ਗਏ। ਕਬੀਰ ਸਾਹਿਬ ਜੀ ਕਹਿੰਦੇ ਕਿਉਂ ਐਡੋ ਟੇਢੋ ਜਾਤ, ਕਿਉਂ ਆਕੜ ਕੇ ਤੁਰਦਾ, ਕਿਉਂ ਆਕੜਾਂ ਦੇ ਵਿੱਚ ਫਸਿਆ ਬੈਠਾ। ਨਾ ਕੋ ਲੈ ਆਇਓ ਇਹ ਧਨ, ਨਾ ਕੋ ਲੈ ਜਾਤ। ਦੇਖੋ ਜਦੋਂ ਸੰਸਾਰ ਦੇ ਬੰਦਾ ਆਉਂਦਾ ਤੇ ਖਾਲੀ ਹੱਥ ਆਉਂਦਾ, ਤੇ ਜਦੋਂ ਜਾਂਦਾ ਹੈ ਉਦੋਂ ਵੀ ਖਾਲੀ ਹੱਥ ਜਾਂਦਾ ਹੈ। ਇਹ ਧਨ ਦੀ ਖੇਡ ਹੈ ਕਿੱਥੇ? ਇੱਥੇ ਹੀ ਆ ਬਸ। ਇਸ ਸੰਸਾਰ 'ਤੇ ਰਹਿੰਦੇ ਹਾਂ। ਇਹ ਧਨ ਜ਼ਰੂਰਤ ਵੀ ਹੈ ਅਤੇ ਇਹ ਧਨ ਸਾਨੂੰ ਖਰਾਬ ਵੀ ਕਰਦਾ ਹੈ ਫਰਕ ਸੋਚ ਦਾ ਸਾਡੀ ਦਾ। ਬਹੁਤ ਜ਼ਿਆਦਾ ਇਹੋ ਜਿਹੇ ਅਮੀਰ ਮਿਲ ਜਾਣਗੇ ਜਿਨ੍ਹਾਂ ਦੀ ਭੁੱਖ ਕਦੇ ਮਿਟੀ ਨਹੀਂ, ਅਤੇ ਬਹੁਤੇ ਇਹੋ ਜਿਹੇ ਗਰੀਬ ਵੀ ਮਿਲ ਜਾਣਗੇ ਜਿਨ੍ਹਾਂ ਦੀ ਤਵਾ ਕਦੇ ਮਰਦੀ ਨਹੀਂ। ਪਰ ਦੂਜੇ ਪਾਸੇ ਐਸੇ ਅਮੀਰ ਬੰਦੇ ਵੀ ਮਿਲ ਜਾਣਗੇ ਜਿਹੜਾ ਇਹ ਧਨ ਆਪਣਾ ਨਾ ਸਮਝ ਕੇ ਉਸ ਮਾਲਕ ਦੀ ਦਾਤ ਸਮਝਦੇ ਆ ਅਤੇ ਉਸ ਨੂੰ ਖਰਚ ਦਿੰਦੇ ਆ ਲੋਕ ਭਲਾਈ ਹਿੱਤ। ਅਤੇ ਐਸੇ ਗਰੀਬ ਵੀ ਮਿਲਣਗੇ ਜਿਹੜਿਆਂ ਦੇ ਅੰਦਰ ਪਰਮਾਤਮਾ ਦੀ ਯਾਦ ਹੈ ਅਤੇ ਉਹ ਫਿਰ ਲੋਕਾਂ ਦੀ ਭਲੇ ਖਾਤਰ ਆਪਣੀ ਜ਼ਿੰਦਗੀ ਲਾ ਦਿੰਦੇ ਹੈ, ਭਾਵੇਂ ਉਹਨਾਂ ਨੂੰ ਆਪ ਨੂੰ ਭੁੱਖਾ ਰਹਿਣਾ ਪਵੇ। ਐਸਾ ਕਿਉਂ ਗੁਰੂ ਜੀ ਕਹਿੰਦੇ ਆ ਬਿਨ ਸੰਤੋਖ ਨਹੀਂ ਕੋਈ ਰਾਜੈ। ਸੰਤੋਖ ਤੋਂ ਬਿਨਾਂ, ਸਬਰ ਤੋਂ ਬਿਨਾਂ ਇਹ ਜ਼ਿੰਦਗੀ ਬੇਕਾਰ ਹੈ। ਕਬੀਰ ਸਾਹਿਬ ਜੀ ਕਹਿੰਦੇ ਕਿਉਂ ਬੇਸਬਰਾ ਹੋ ਕੇ ਐਡੋ ਟਹਿਡੋ ਜਾਤ, ਤੂੰ ਕਿਉਂ ਗਰਭ ਕਰੀ ਜਾਂਦਾ ਹੈ? ਇਹ ਧਨ ਨਾ ਤਾਂ ਤੂੰ ਨਾਲ ਲੈ ਕੇ ਆਇਆ ਅਤੇ ਨਾਲ ਤੂੰ ਲੈ ਕੇ ਜਾਣਾ। ਹੁਣ ਇੱਥੇ ਉਦਾਹਰਨ ਕਿਹਦਾ ਦਿੰਦੇ ਆ, ਆਓ ਪੜ੍ਹਦੇ ਹਾਂ। ਰਾਵਣ ਹੂੰ ਤੇ ਅਦਕ ਛਤਰਪਤ, ਖਿਨਵੇਂ ਗਏ ਬਿਲਾਤ। ਰਾਵਣ ਦੀ ਲੰਕਾ ਨੂੰ ਸਿਉਨੇ ਦੀ ਮੰਨਿਆ ਜਾਂਦਾ ਹੈ ਅਤੇ ਰਾਵਣ ਨੂੰ ਬਹੁਤ ਗਿਆਨੀ ਬੰਦਾ ਮੰਨਿਆ ਜਾਂਦਾ, ਪਰ ਉਸ ਤੋਂ ਵੀ ਵੱਡੇ ਰਾਜੇ ਕਬੀਰ ਸਾਹਿਬ ਜੀ ਕਹਿੰਦੇ ਇਸ ਸੰਸਾਰ 'ਤੇ ਆਏ ਹੈ ਔਰ ਖਿਨਵੇਂ ਗਏ ਬਿਲਾਤ, ਅਤੇ ਸੈਕਿੰਡਾਂ ਦੇ ਵਿੱਚ ਉਹਨਾਂ ਦੀ ਇਹ ਰਾਜ ਸੱਤਾ ਚੱਲ ਵਸੀ, ਖਤਮ ਹੋ ਗਈ। ਉਹਨਾਂ ਦੇ ਪੱਲੇ ਕੁਝ ਨਹੀਂ ਪਿਆ, ਉਹਨਾਂ ਨੂੰ ਇਹ ਛੱਡ ਕੇ ਜਾਣੀ ਪਈ। ਹਰ ਕੇ ਸੰਤ ਸਦਾ ਥਿਰ ਪੂਜੋ, ਜੋ ਹਰ ਨਾਮ ਜਪਾਤ। ਐਸ ਕਰਕੇ ਬੰਦਿਆ ਇਸ ਜਨਮ ਮਰਨ ਦੇ ਗੇੜ ਵਿੱਚ ਜਿਹਦੇ ਵਿੱਚ ਤੂੰ ਪਿਆ ਹੋਇਆ ਹੈ,
ਇੱਕੋ ਹੀ ਇੱਕ ਰਾਹ ਹੈ ਕਿ ਗੁਰਮੁਖਾਂ ਦੀ ਸੰਗਤ ਕਰ, ਕਿਉਂਕਿ ਉਹ ਅਟਲ ਰਹਿੰਦੇ ਹੈ ਅਤੇ ਉਹ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੀ। ਉਹਨਾਂ ਦੀ ਸ਼ਰਨ ਲੈ, ਉਹ ਪ੍ਰਭੂ ਦਾ ਨਾਮ ਆਪ ਸਿਮਰਦੇ ਹਨ ਅਤੇ ਦੂਜਿਆਂ ਨੂੰ ਵੀ ਸਿਮਰਾਉਂਦੇ ਹਨ। ਹੁਣ ਇਹ ਜੋ ਗੱਲ ਹੈ ਇਹਨੂੰ ਆਪਾਂ ਬੜੇ ਧਿਆਨ ਨਾਲ ਸਮਝੀਏ ਵੀ ਉਹ ਸਿਥਰ ਕਿਵੇਂ ਨੇ, ਕਿਉਂਕਿ ਉਹਨਾਂ ਦਾ ਮਨ ਟਿਕਾ ਵਿੱਚ ਹੈ ਅਤੇ ਉਹ ਵਾਰ ਵਾਰ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ। ਇਸ ਸ਼ਬਦ ਨੂੰ ਸਮਝੋ। ਇਹ ਅਰਥ ਜਿਹੜੇ ਭਾਈ ਸਾਹਿਬ ਜੀ ਨੇ ਕਰਕੇ ਦਿੱਤੇ ਇਸ ਪੰਕਤੀ ਵਿੱਚੋਂ ਕਿ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ। ਜਾਨੀ ਇਸ ਜਨਮ ਵਿੱਚ ਜਿਹੜੀਆਂ ਅਸੀਂ 84 ਲੱਖ ਜੂਨਾਂ ਭੁਗਤ ਜਾਂਦੇ ਹਾਂ, ਕਦੇ ਲਾਲਚ ਆ ਗਿਆ, ਲਾਲਚ ਵਿੱਚ ਮਰ ਗਏ, ਕੁੱਤੇ ਬਣ ਗਏ, ਕਦੇ ਦੂਜੇ ਦੇ ਡੰਗ ਮਾਰਨ ਦੀ ਆਦਤ ਬਣ ਗਈ, ਸੱਪ ਬਣ ਗਏ, ਕਦੇ ਦੂਜੇ ਦਾ ਧਨ ਖੋਹਣ ਦੀ ਆਦਤ ਬਣ ਗਈ, ਖਿਆਲ ਆ ਗਿਆ ਮਨ ਵਿੱਚ ਅਤੇ ਉਸ ਖਿਆਲ ਨਾਲ ਅਸੀਂ ਬਘਿਆੜ ਬਣ ਗਏ, ਕਦੇ ਦੂਜੇ ਉੱਤੇ ਹੰਕਾਰੀ ਹੋ ਕੇ ਅਸੀਂ ਹਮਲਾ ਕਰਦੇ ਹਾਂ, ਅਸੀਂ ਸ਼ੇਰ ਬਣ ਗਏ। ਅਸੀਂ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਭੁਗਤਦੇ ਰਹਿੰਦੇ ਹਾਂ। ਮੋੜ ਮੋੜ ਕੇ ਗੁਰੂ ਜੀ ਕਹਿੰਦੇ ਹੈ ਸ਼ਿਕਾਰ ਹੁੰਦੇ ਰਹਿੰਦੇ ਹੈ ਇਹਨਾਂ ਜੂਨਾਂ ਦਾ। ਜਿਹੜੇ ਪਰਮਾਤਮਾ ਨਾਲ ਨਹੀਂ ਜੁੜਦੇ, ਜਿਹੜੇ ਜੁੜੇ ਹੋਏ ਆ ਉਹਨਾਂ ਦਾ ਮਨ ਸਿਥਰ ਰਹਿੰਦਾ ਹੈ, ਨਿਸ਼ਚਲ ਸਿਥਰ ਟਿਕਾ ਵਿੱਚ ਰਹਿੰਦਾ ਹੈ। ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਮਿਲਾਤ। ਪਰ ਇਹ ਰਸਤਾ ਮਿਲੇਗਾ ਕਿੱਥੋਂ? ਜਿਨ੍ਹਾਂ ਉੱਤੇ ਮਾਲਕ ਕਿਰਪਾ ਕਰਦਾ ਨਾ, ਜਿਨ੍ਹਾਂ ਨੂੰ ਅੰਦਰੋਂ ਬੈਠਾ ਮਾਲਕ ਪ੍ਰੇਰਣਾ ਦਿੰਦਾ ਹੈ, ਉਹ ਗੁਰੂ ਦੀ ਸੰਗਤ ਵਿੱਚ ਜੁੜ ਜਾਂਦੇ ਹੈ। ਅਤੇ ਗੁਰੂ ਦੀ ਸੰਗਤ ਵਿੱਚ ਜੁੜਨਾ, ਸ਼ਬਦ ਗੁਰੂ ਦੀ ਸੰਗਤ ਵਿੱਚ ਜੁੜਨਾ, ਸ਼ਬਦ ਗੁਰੂ ਵੀ ਨਿਸ਼ਚਲ ਨੇ, ਉਹ ਵੀ ਇੱਕ ਰਸ ਨੇ ਔਰ ਗੁਰੂ ਜੀ ਪਰਮਾਤਮਾ ਦਾ ਰੂਪ ਨੇਗੇ। ਇਸ ਕਰਕੇ ਗੁਰੂ ਦੀ ਬਾਣੀ ਦੀ ਸੰਗਤ ਕਰਾਂਗੇ ਤਾਂ ਫਿਰ ਸਾਡਾ ਜੀਵਨ ਵੀ ਨਿਸ਼ਚਲ ਹੋ ਜਾਏਗਾ। ਨਿਸ਼ਚਲ ਹੋਣ ਦਾ ਮਤਲਬ ਇੱਥੇ ਇਹ ਨਹੀਂ ਵੀ ਅਸੀਂ ਇਸ ਸੰਸਾਰ 'ਤੇ ਆਏ ਹਾਂ ਅਤੇ ਜਾਵਾਂਗੇ ਨਹੀਂ ਕਦੇ। ਇਸ ਗੱਲ ਨਾਲ ਕੋਈ ਸੰਬੰਧ ਨਹੀਂ ਰੱਖਦੀ। ਬਾਣੀ ਸਾਡੇ ਮਨ ਦੇ ਟਿਕਾਅ ਨਾਲ ਸੰਬੰਧ ਰੱਖਦੀ ਹੈ। ਜਾਣਾ ਤੇ ਗੁਰੂ ਨਾਨਕ ਸਾਹਿਬ ਜੀ ਵੀ ਸਰੀਰ ਛੱਡ ਕੇ ਗਏ, ਗੁਰੂ ਗੋਬਿੰਦ ਸਿੰਘ ਜੀ ਵੀ ਛੱਡ ਕੇ ਗਏ, ਸਾਰੇ ਜਿੰਨੇ ਵੀ ਰਹਿਬਰ ਹੋਏ ਆ ਸਰੀਰ 'ਤੇ ਉਹਨਾਂ ਨੂੰ ਵੀ ਛੱਡਿਆ ਉਹਨਾਂ ਨੇ। ਪਰ ਕਿਸ ਅਮਰ ਦੀ ਗੱਲ ਕਰਦੇ ਆ? ਸਾਡੇ ਅੱਜ ਤੋਂ ਸਾਡੀਆਂ 20 ਪੀੜ੍ਹੀਆਂ, 30 ਪੀੜ੍ਹੀਆਂ, 40 ਪੀੜ੍ਹੀਆਂ ਹੋ ਗਈਆਂ ਹੋਣਗੀਆਂ ਜਿਹੜੇ ਸਾਡੇ ਬਜ਼ੁਰਗ ਉਸ ਸਮੇਂ ਇੱਥੇ ਸੰਸਾਰ 'ਤੇ ਹੋਣਗੇ ਜਦੋਂ ਸਾਡੇ ਗੁਰੂ ਸਾਹਿਬ ਜੀ ਆਏ। ਪਰ ਉਹਨਾਂ ਦੇ ਨਾਂ ਕੌਣ ਜਾਣਦਾ? ਸਾਨੂੰ ਆਪਣੇ ਲੱਕੜਦਾਦੇ ਦੇ ਨਾਂ ਦਾ ਨਹੀਂ ਪਤਾ ਹੈਗਾ। ਪਰ ਉਹਨਾਂ ਨੂੰ ਮਹਾਂਪੁਰਖਾਂ ਨੂੰ ਅਸੀਂ ਯਾਦ ਕਰਦੇ ਹਾਂ, ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਦੇ ਅਸੀਂ ਅਵਤਾਰ ਦਿਹਾੜੇ ਮਨਾਉਂਦੇ ਹਾਂ, ਉਹਨਾਂ ਨੂੰ ਅਸੀਂ ਆਪਣਾ ਰਹਿਬਰ ਮੰਨਦੇ ਹਾਂ। ਕਿਉਂ ਮੰਨਦੇ ਹਾਂ? ਕਿਉਂਕਿ ਉਹਨਾਂ ਦਾ ਮਨ ਨਿਸ਼ਚਲ ਸੀ, ਉਹਨਾਂ ਦਾ ਮਨ ਟਿਕਾ ਵਿੱਚ ਸੀ। ਉਹ ਕਾਰਵਾਈ, ਉਹ ਕੰਮ ਕਰ ਗਏ ਸੰਸਾਰ 'ਤੇ ਜੋ ਅਸੀਂ ਆਮ ਬੰਦਾ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਹ ਪਰਮਾਤਮਾ ਨਾਲ ਜੁੜੇ ਹੋਏ ਸੀ, ਅਕਾਲ ਪੁਰਖ ਦਾ ਰੂਪ ਸੀਗੇ ਅਤੇ ਇਸ ਕਰਕੇ ਉਹ ਨਿਸ਼ਚਲ ਨੇ। ਹਮੇਸ਼ਾ ਉਹਨਾਂ ਦੀਆਂ ਯਾਦਾਂ ਰਹਿਣਗੀਆਂ ਅਤੇ ਸਾਨੂੰ ਸਾਡੇ ਕਿਸੇ ਲੱਕੜਦਾਦੇ ਦਾ ਨਾਮ ਵੀ ਸਾਨੂੰ ਕਿਸੇ ਨੂੰ ਚੇਤੇ ਵਿੱਚ ਨਹੀਂ ਹੈਗਾ। ਇਹ ਹੈ ਨਿਸ਼ਚਲਤਾ ਜਿਹੜੀ ਬਣਾਉਣੀ ਹੈ। ਇੱਕ ਮਨ, ਇੱਕ ਚਿੱਤ ਹੋ ਕੇ ਉਸ ਮਾਲਕ ਨਾਲ ਜੁੜ ਕੇ ਦੂਜੇ ਦੇ ਉੱਤੇ ਹਮਲਾ, ਦੂਜੇ ਦਾ ਧਨ ਚੁਰਾਉਣਾ, ਦੂਜੇ ਉੱਤੇ ਠੱਗੀਆਂ ਫਰੇਬ ਕਰਨੀਆਂ, ਭਾਵੇਂ ਉਹ ਕਿਸੇ ਵੀ ਰਾਹ ਹੋਣ, ਇਹਨੂੰ ਬੰਦ ਕਰੀਏ। ਆਪਣਾ ਜੀਵਨ ਉੱਚਾ ਅਤੇ ਸੁੱਚਾ ਬਣਾਈਏ। ਹੁਣ ਅਗਲੀ ਗੱਲ ਜੋ ਕਬੀਰ ਸਾਹਿਬ ਜੀ ਸਮਝਾ ਰਹੇ ਹੈ, ਮਾਤ ਪਿਤਾ ਬਨਤਾ ਸੁਤ ਸੰਪਤ ਅੰਤ ਨ ਚਲਤ ਸੰਗਾਤ। ਮਾਤਾ ਪਿਤਾ ਬਨਤਾ ਕਹਿੰਦੇ ਆ ਇਸਤਰੀ ਨੂੰ, ਸੁੱਤ ਕਹਿੰਦੇ ਆ ਪੁੱਤਰ ਨੂੰ, ਸੰਪਤ ਕਹਿੰਦੇ ਆ ਧਨ ਦੌਲਤਾਂ ਨੂੰ। ਇਹ ਮਾਇਆ ਦੇ ਸਾਰੇ ਰੂਪ ਆ ਗਏ, ਦਿਖਦੇ ਸਰੂਪ ਆ ਗਏ। ਇੱਕ ਮਾਇਆ ਦਾ ਇਹ ਦਿਖਦਾ ਸਰੂਪ ਵੀ ਹੈ, ਉਹ ਹੈਗਾ ਵਡਿਆਈ, ਹੰਕਾਰ, ਮੈਂ ਮੇਰੀ, ਜਿਹਦੇ ਵਿੱਚ ਬਹੁਤ ਕੁਝ ਆਉਂਦਾ ਹੈ। ਆਪਣੀ ਪ੍ਰਸ਼ੰਸਾ, ਤਿਆਗ ਦਾ ਹੰਕਾਰ, ਚੰਗੇ ਹੋਣ ਦਾ ਹੰਕਾਰ, ਗਿਆਨੀ ਹੋਣ ਦਾ ਹੰਕਾਰ, ਇਹ ਵੀ ਬਹੁਤ ਵੱਡੀ ਇੱਕ ਸੰਪਤੀ ਹੈ। ਗੁਰੂ ਜੀ ਕਹਿੰਦੇ ਅੰਤ ਨਾ ਚਲਤ ਸੰਗਾਤ, ਅੰਤ ਵੇਲੇ ਤੇਰੇ ਕੰਮ ਨਹੀਂ ਆਉਂਦੇ। ਹੁਣ ਇਹ ਅੰਤ ਵੇਲਾ ਕਿਹੜਾ ਹੈਗਾ? ਇਹ ਅੰਤ ਵੇਲਾ ਜਦੋਂ ਬੰਦਾ ਅਖਲਾਕੀ ਤੌਰ 'ਤੇ ਮਰਨ ਲੱਗਦਾ ਹੈ। ਹੁਣ ਦੇਖੋ, ਜਿਹੜਾ ਪੁੱਤਰ ਨਸ਼ੇ ਲੱਗ ਜਾਂਦਾ ਹੈ, ਮਾਂ ਸਮਝਾਉਂਦੀ ਹੈ ਪਹਿਲਾਂ ਚੋਰੀਆਂ, ਫਿਰ ਬਾਪੂ ਨੂੰ ਦੱਸਦੀ ਹੈ ਵੀ ਇਹ 'ਤੇ ਲੱਗ ਗਿਆ,
ਫਿਰ ਉਹ ਸਮਝਾਉਂਦਾ ਹੈ, ਫਿਰ ਭੈਣ ਭਾਈ ਸਮਝਾਉਂਦੇ ਆ, ਫਿਰ ਰਿਸ਼ਤੇਦਾਰ ਆ ਕੇ ਸਮਝਾਉਣਾ ਸ਼ੁਰੂ ਕਰ ਦਿੰਦੇ ਆ। ਪਰ ਬੰਦਾ ਹੁਣ ਡਿੱਗ ਗਿਆ, ਮਨ ਉਹਦਾ ਡੋਲ ਗਿਆ। ਹੁਣ ਕੋਈ ਵੀ ਉਹਦਾ ਸਾਥ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ? ਸਾਥ ਦੇ ਹੀ ਨਹੀਂ ਸਕਦੇ ਕਿਉਂਕਿ ਕੋਈ ਵੀ ਇੱਕ ਬੰਦਾ ਦੂਜੇ ਬੰਦੇ ਨੂੰ ਸੁਧਾਰ ਨਹੀਂ ਸਕਦਾ। ਜਿਹੜਾ ਬੰਦਾ ਬੰਦੇ ਨੂੰ ਸੁਧਾਰ ਸਕਦਾ ਉਹ ਹੈ ਅੰਤਸ਼ਕਰਨ, ਆਪਣਾ ਆਪ, ਆਪਣਾ ਮਨ। ਅਤੇ ਉਹ ਕਿੱਥੋਂ ਮੰਨੇਗਾ? ਉਹ ਮੰਨੇਗਾ ਗੁਰੂ ਦੀ ਬਾਣੀ ਤੋਂ, ਗੁਰੂ ਕੋਲੋਂ। ਗੁਰੂ ਦਾ ਗਿਆਨ ਜੇ ਅੰਦਰ ਠੋਕਰ ਮਾਰ ਗਿਆ ਨਾ, ਤੀਰ ਨਾਲ ਵਿੱਝ ਗਿਆ ਇਹ ਹਿਰਦਾ, ਅਤੇ ਫਿਰ ਬੰਦਾ ਮੁੜ ਸਕਦਾ। ਫਿਰ ਉਸ ਬੰਦੇ ਨੂੰ ਸਵਾਲ ਕਰਿਓ ਕਿ ਤੈਨੂੰ ਮੋੜਿਆ ਕਿਹਦੇ ਆਖੇ? ਉਹ ਕਹੇਗਾ ਮੈਂ ਆਪਣੇ ਮਨ ਦੇ ਆਖੇ ਮੁੜਿਆ, ਮੈਂ ਆਪਣੇ ਆਪ ਨਾਲ ਜੁੜਿਆ, ਆਪਣੇ ਆਪ ਵਿੱਚੋਂ ਇਹ ਗਿਆਨ ਮੈਨੂੰ ਮਿਲਿਆ। ਅਤੇ ਇਹ ਗਿਆਨ ਮਿਲੇਗਾ ਆਪਣੇ ਆਪ ਵਿੱਚੋਂ। ਇਹ ਚਾਬੀ ਕਿਹਦੇ ਕੋਲ ਹੈ? ਇਹ ਕੁੰਜੀ ਕਿਹਦੇ ਕੋਲ ਹੈ ਇਸ ਗਿਆਨ ਨੂੰ ਖੋਲ੍ਹਣ ਦੀ? ਉਹ ਹੈ ਗੁਰੂ ਕੋਲ। ਐਸ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੀਏ। ਸਭ ਤੋਂ ਵੱਡਾ ਸਾਡੇ ਵਾਸਤੇ ਇਹ ਖਜ਼ਾਨਾ ਹੈ। ਅਸੀਂ ਇਸ ਖਜ਼ਾਨੇ ਤੋਂ ਬਾਝੇ ਰਹਿ ਕੇ ਇਸ ਖਜ਼ਾਨੇ ਦੇ ਅਮੋਲਕ ਰਤਨਾਂ ਨੂੰ ਅਸੀਂ ਮੁੱਲ ਖਰੀਦਣਾ ਚਾਹੁੰਦੇ ਹਾਂ। ਇਹ ਮੁੱਲ ਨਹੀਂ ਮਿਲਦੇ ਭਾਈ, ਇਹਨਾਂ ਦਾ ਦਾਮ ਅਦਾ ਨਹੀਂ ਕੀਤਾ ਜਾ ਸਕਦਾ। ਇਹਨਾਂ ਅਮੋਲਕ ਖਜ਼ਾਨਿਆਂ ਦਾ, ਬਚਨਾਂ ਦਾ, ਗੁਣਾਂ ਦਾ ਸਾਡੇ ਕੋਲ ਕੋਈ ਮੁੱਲ ਨਹੀਂ ਹੈਗਾ। ਇਸ ਕਰਕੇ ਇਹ ਖਜ਼ਾਨਿਆਂ ਨੂੰ ਆਪ ਲੈਣ ਦੀ ਕੋਸ਼ਿਸ਼ ਕਰੀਏ, ਆਪ ਇਸ ਨੂੰ ਪ੍ਰਾਪਤ ਕਰੀਏ। ਕਹਿਤ ਕਬੀਰ ਰਾਮ ਭਜ ਬੋਰੇ, ਜਨਮ ਅਕਾਰਤ ਜਾਤ। ਇਸ ਕਰਕੇ ਕਬੀਰ ਜੀ ਕਹਿੰਦੇ ਉਸ ਮਾਲਕ ਨੂੰ ਚੇਤੇ ਵਿੱਚ ਰੱਖ, 24 ਘੰਟੇ ਉਹਦਾ ਸਿਮਰਨ ਕਰ। ਇਹ ਤੇਰਾ ਜਨਮ ਬੇਅਰਥਾ ਜਾ ਰਿਹਾ ਹੈ, ਇਹ ਮਾਇਆ ਦੇ ਰੰਗ ਵਿੱਚ ਜਾ ਰਿਹਾ ਹੈ। ਇਸ ਨੂੰ ਤੂੰ ਸਰ ਅੰਜਾਮ ਲਾਗ ਭਵਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਦੇਖੋ ਕਿਵੇਂ ਸਮਝਾਉਂਦੇ ਆ ਸਾਨੂੰ ਨਿੱਤ ਦੀ ਬਾਣੀ ਵਿੱਚ ਗੁਰੂ ਜੀ। ਅਸੀਂ ਨਿਤਨੇਮ ਰੋਜ਼ ਕਰਦੇ ਹਾਂ, ਪੜ੍ਹਦੇ ਹਾਂ, ਬਸ ਮੈਂ ਪੜ੍ਹ ਰਿਹਾ। ਕਰਨਾ ਕੀ ਹੈ? ਨਿੱਤ ਉਸ ਬਾਣੀ ਨੂੰ ਹਿਰਦੇ ਵਿੱਚ ਵਸਾਉਣਾ ਹੈ। ਨਿੱਤ ਨਵਾਂ ਗਿਆਨ ਮਿਲਣਾ ਉਹਦੇ ਵਿੱਚੋਂ, ਉਸੇ ਬਾਣੀ ਵਿੱਚੋਂ ਜਿਹੜੀ ਸਾਨੂੰ ਨਿਤਨੇਮ ਦੀ ਬਾਣੀ ਹੈ। ਕਿਉਂ ਦੱਸਿਆ ਸਾਨੂੰ ਨਿਤਨੇਮ? ਤਾਂ ਕਿ ਸਿੱਖ ਆਪਣੇ ਮਨ ਨੂੰ ਨਿੱਤ ਤਾਜ਼ਾ ਕਰਦਾ ਰਹੇ। ਸਾਹਿਬ ਮੇਰਾ ਨੀਤ ਨਵਾਂ। ਦੇਖੋ ਨਵੇਂ ਆਯਾਮ, ਨਵੇਂ ਉਹਦੀਆਂ ਸਮਝਾਂ, ਨਵਾਂ ਉਹਦਾ ਗਿਆਨ, ਨਵੇਂ ਉਹਦੇ ਗੁਣ ਰੋਜ਼ ਤੇਰੇ ਕੋਲ ਆਉਂਦੇ ਆ। ਤੂੰ ਉਹਨਾਂ ਨਾਲ ਜੁੜ ਕੇ ਤੇ ਵੇਖ ਨਾ, ਇਸ ਪ੍ਰਕਿਰਤੀ ਦੇ ਵਿੱਚ ਵੱਸ ਰਹੇ ਉਸ ਵਰਤਾਰੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ। ਇਹ ਜਿਹੜਾ ਸਵਾਰਥੀਪਣ ਸਾਡੇ ਅੰਦਰ ਹੈ, ਇਹਨੂੰ ਛੱਡੀਏ। ਧਰਮ ਦੇ ਨਾਂ 'ਤੇ ਜਿਹੜੇ ਅਸੀਂ ਕਰਮ ਕਾਂਡ ਕਰਨ ਲੱਗੇ ਆ ਉਹਨਾਂ ਨੂੰ ਛੱਡੀਏ। ਵਾਪਸ ਮੁੜ ਕੇ ਉੱਧਰੋਂ ਅਤੇ ਬਾਣੀ ਦੇ ਲੜ ਲੱਗ ਜਾਈਏ ਔਰ ਬਾਣੀ ਪੜ੍ਹੀਏ, ਬਾਣੀ ਨੂੰ ਸਮਝੀਏ। ਬਾਣੀ ਨੂੰ ਸਮਝ ਕੇ ਇਹ ਨਹੀਂ ਤੇ ਗੁਰੂ ਜੀ ਕਹਿੰਦੇ ਬਹੁਤ ਪੜ੍ਹ ਕੇ ਇੱਥੋਂ ਥੱਕ ਗਏ, ਬਹੁਤ ਗੱਡੀਆਂ ਲੱਦ ਕੇ ਲੈ ਗਏ, ਭਰ ਕੇ ਭਾਰ ਪੜ੍ਹ ਲਿਆ, ਪਰ ਉਹ ਗਿਆਨ ਕਿਸੇ ਕੰਮ ਨਹੀਂ ਆਇਆ। ਇੱਕ ਤਾਂ ਹੋਰ ਗੁਰੂ ਜੀ ਨੂੰ ਸੁਣ ਲੈਂਦੇ ਹਾਂ, ਵੇਦਾਂ ਮੇ ਨਾਮ ਉੱਤਮ ਸੁਣੇ ਨਾਹੀਂ, ਫਿਰੇ ਜੋ ਬੇਤਾਲਿਆ। ਹੋਰ ਜਗ੍ਹਾ ਤੋਂ ਪੜ੍ਹ ਲੈਂਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ, ਸਮੁੰਦਰ ਨੇ, ਸਾਗਰ ਨੇ ਕੀ ਕਹਿੰਦੇ ਨੇ? ਗੁਰੂ ਜੀ ਕਹਿੰਦੇ ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਹੋਰ ਪੜ੍ਹ ਲੈਂਦੇ ਹਾਂ, ਸਤਿਗੁਰ ਨੂੰ ਸਭ ਕੁ ਦੇਖਦਾ, ਜੇਤਾ ਜਗਤ ਸੰਸਾਰ, ਡਿਠਿਆਂ ਮੁਕਤ ਨਾ ਹੋਵਈ। ਕਦੋਂ ਤੱਕ ਗੁਰੂ ਜੀ? ਸਵਾਲ ਪੈਦਾ ਕਰੋ ਆਪਣੇ ਅੰਦਰ। ਗੁਰੂ ਜੀ ਕਹਿ ਕੀ ਰਿਹਾ? ਕੀ ਕਹਿ ਰਿਹਾ? ਸਤਿਗੁਰ ਨੂੰ ਸਭ ਕੁ ਦੇਖਦਾ, ਜੇਤਾ ਜਗਤ ਸੰਸਾਰ, ਡਿਠਿਆਂ ਮੁਕਤ ਨਾ ਹੋਵਈ। ਰੁਕ ਜਾਓ, ਸਮਝ ਲਓ, ਆਪਣਾ ਧਿਆਨ ਬਾਣੀ ਵਿੱਚ ਜੋੜੋ। ਗੁਰੂ ਜੀ ਕੀ ਕਹਿ ਰਿਹਾ? ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸ਼ਬਦ ਦੇ ਵਿਚਾਰ ਨਾਲ ਨਹੀਂ ਜੁੜਾਂਗੇ, ਪੜ੍ਹ ਗੱਡੀ ਲੱਦੀਏ, ਕੁਝ ਕਰੀ ਜਾਈਏ ਮਾਂ। ਸੋ ਅਸੀਂ ਉਹਨਾਂ ਕਰਮ ਕਾਂਡਾਂ ਤੋਂ, ਧਰਮ ਦੇ ਨਾਂ ਤੋਂ ਪਿੱਛੇ ਹਟੀਏ ਅਤੇ ਗੁਰੂ ਦੀ ਬਾਣੀ ਨੂੰ ਆਪਣੇ ਵਾਸਤੇ ਆਪ ਪੜ੍ਹੀਏ, ਸਮਝ ਕੇ ਪੜ੍ਹੀਏ। ਪਹਿਲਾ ਸ਼ਬਦ ਨੂੰ ਇੱਕ ਸ਼ਬਦ ਰੋਜ਼ ਪੜ੍ਹੀਏ ਅਤੇ ਉਹਦਾ ਕਰੀਏ ਕਿ ਇੱਕ ਸ਼ਬਦ ਨੂੰ ਪਹਿਲਾਂ ਪੜ੍ਹ ਲਈਏ, ਫਿਰ ਉਸ ਦੀ ਰਹਾਉ ਦੀ ਪੰਕਤੀ ਨੂੰ 2-3 ਵਾਰ ਪੜ੍ਹੀਏ। ਗੁਰੂ ਜੀ ਨੇ ਰਹਾਉ ਕਿਉਂ ਲਿਖਿਆ? ਹਰੇਕ ਸ਼ਬਦ ਵਿੱਚ ਰਹਾਉ ਹੈ ਲਗਭਗ। ਅਤੇ ਰਹਾਉ ਕਿਉਂ ਲਿਖਿਆ? ਗੁਰੂ ਜੀ ਨੂੰ ਲੋੜ ਸੀ ਨਾ ਇਸ ਨੂੰ ਲਿਖਣ ਦੀ, ਤਾਂ ਹੀ ਲਿਖਿਆ ਨਾ। ਅਤੇ ਉਸ ਨੂੰ ਵਾਰ-ਵਾਰ ਪੜ੍ਹੀਏ।
ਤਾਂ ਕਿ ਸਾਨੂੰ ਸ਼ਬਦ ਦਾ ਥੀਮ ਸਮਝ ਵਿੱਚ ਆ ਜਾਏ, ਮੁੱਖ ਉਪਦੇਸ਼ ਕੀ ਹੈ ਸ਼ਬਦ ਵਿੱਚ ਉਹ ਸਮਝ ਆਏ। ਫਿਰ ਸ਼ਬਦ ਨੂੰ ਪੜ੍ਹ ਲਓ ਸਾਰੇ। ਬਾਕੀ ਦੀਆਂ ਪੰਕਤੀਆਂ ਫਿਰ ਉਸ ਥੀਮ ਨੂੰ ਸਮਝਾਉਣ ਵਾਸਤੇ ਦਿੱਤੀਆਂ ਗਈਆਂ ਨੇ। ਉਹ ਪੁਰਾਤਨ ਇਤਿਹਾਸ ਵਿੱਚੋਂ ਵੀ ਹੋ ਸਕਦੀਆਂ, ਉਹ ਪੁਰਾਤਨ ਧਰਮਾਂ ਵਿੱਚੋਂ ਵੀ ਹੋ ਸਕਦੀਆਂ ਹਨ। ਉਹ ਕਿਸੇ ਵੀ ਜਗ੍ਹਾ ਤੋਂ ਗੁਰੂ ਜੀ ਉਸ ਉਦਾਹਰਨ ਨੂੰ ਵਰਤ ਸਕਦੇ ਆ। ਅਸੀਂ ਮੇਨ ਥੀਮ ਸਮਝਣਾ ਵੀ ਸ਼ਬਦ ਦਾ ਮੇਨ ਥੀਮ ਕੀ ਹੈ, ਫਿਰ ਉਹਦੇ ਅਰਥ ਪੜ੍ਹ ਲਓ, ਫਿਰ ਦੁਬਾਰੇ ਪੜ੍ਹੋ ਹੁਣ ਸ਼ਬਦ ਨੂੰ, ਅਤੇ ਜਦੋਂ ਫਿਰ ਕਦੇ ਪੜ੍ਹੋਗੇ ਸਾਰਾ ਸ਼ਬਦ ਸਮਝ ਵਿੱਚ ਆ ਜਾਊਗਾ। ਮੇਨ ਥੀਮ ਸ਼ਬਦ ਵਿੱਚ ਕੀ ਹੈ, ਗੁਰੂ ਜੀ ਸਾਨੂੰ ਸਮਝਾ ਕੀ ਗਏ ਨੇ, ਇਹ ਸਭ ਕੁਝ ਸਾਨੂੰ ਇੱਥੋਂ ਮਿਲ ਜਾਏਗਾ। ਪਰ ਮਿਲੇਗਾ ਤਾਂ ਜੇ ਅਸੀਂ ਗੁਰਬਾਣੀ ਨਾਲ ਆਪ ਜੁੜਾਂਗੇ, ਆਪ ਪੜ੍ਹਾਂਗੇ, ਆਪ ਵਿਚਾਰਾਂਗੇ। ਆਓ ਹੁਣ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਜੋ ਆਪਾਂ ਰੋਜ਼ ਤੋਰਦੇ ਹਾਂ ਅੱਗੇ, ਜਿਸ ਨਾਲ ਅਸੀਂ ਰੋਜ਼ ਜੁੜਦੇ ਹਾਂ, ਉਸ ਨਾਲ ਜੁੜਨਾ ਕਰੀਏ। ਸੋ ਆਓ ਸਤਿਗੁਰੂ ਜੀ ਤੋਂ ਇੱਕ